परम सन्मानियो गुरु रू गुरु खालसा साध संगत जी। वाहिगुरु जी का खालसा वाहिगुरु जी की फतेह। भगत सूरदास जी बिक्रमी संमत की 16वीं सदी के अंत विच एक महान कवि होए हैं, जिन्हां ने कृष्ण भगती विच दीवाना हो के महाकाव सूर सागर की रचना की। भगत सूरदास जी एक गरीब पंडित रविदास के पुत्र सन ते 1540 बिक्रमी विच भगत जी का जन्म होया सी। इउं जापदा है कि भगत जी आगरे के नेड़े तेड़े होए हैं। हिंदी साहित्य विच आप जी का चंगा नाम है। भगत सूरदास जी का जन्म तो ही असल नाम मदन मोहन सी। जन्म तो सूरदास नहीं सन। जवानी तक आप दियां अखां ठीक रहियां ते विद्या पढ़ी। विद्या दे नाल नाल राग सिक्ख्या। प्रकृति वल्लों भगत जी का गला लचकदार बनाया गया सी ते तन करके बहुत सुंदर स्वरूप सन। बचपन विच ही विद्या पढ़नी शुरू कर दित्ती ते चेतन बुद्धि करके भगत जी नूं सफलता हुई। भावें कि घर की गरीबी कोई पेश नहीं सी जाण दिंदी। भारत विच मुसलमानी राज आउण करके फारसी पढ़ाई जाण लग पई सी। संस्कृत ते फारसी पढ़ना ही उच्च विद्या पढ़ना समझिया जांदा सी। मदन मोहन ने भी दोवें इलम पढ़े ते राग आसरे नवीआं कवितावां ते गीत बना बना के पढ़न लगे। उन्हां दे गले दी लचक, रसीला बोल, जवानी, अखां दी चमक हर राह जांदे नूं मोहन लगियां। ਉਹ ਸਤਕਾਰੇ ਤੇ ਪਿਆਰੇ ਜਾਣ ਲੱਗੇ। हे ਭਗਤ ਜਨੋ, ਜਦੋਂ ਕਿਸੇ ਪੁਰਸ਼ ਦੇ ਕੋਲ ਗੁਣ ਤੇ ਗਿਆਨ ਆ ਜਾਏ ਮੁੜ ਉਸ ਨੂੰ ਕਿਸੇ ਬਾਤ ਦੀ ਕਮੀ ਨਹੀਂ ਰਹਿੰਦੀ। ਗੁਣ ਵੀ ਤਾਂ ਪ੍ਰਭੂ ਦੀ ਇੱਕ ਬਖਸ਼ਿਸ਼ ਹੈ। ਜਿਸ ਤੇ ਪ੍ਰਭੂ ਦਿਆਲ ਹੋਏ ਉਸੇ ਨੂੰ ਹੀ ਐਸੀ ਬਖਸ਼ਿਸ਼ ਵਰਦਾਨ ਹੁੰਦੀ ਹੈ। ਮਦਨ ਮੋਹਨ ਜੀ ਕਵਿਤਾਵਾਂ ਗਾ ਕੇ ਸੁਣਾਉਂਦੇ ਤਾਂ ਲੋਕ ਪ੍ਰੇਮ ਨਾਲ ਸੁਣਦੇ ਤੇ ਉਹਨਾਂ ਨੂੰ ਮਾਇਆ, ਕਪੜਾ ਤੇ ਉੱਤਮ ਵਸਤੂਆਂ ਵੀ ਦੇ ਦਿੰਦੇ ਸਨ। ਇਸ ਤਰ੍ਹਾਂ ਮਦਨ ਮੋਹਨ ਦੀ ਚਰਚਾ ਤੇ ਜਸ ਹੋਣ ਲੱਗਾ। ਦਿਨ ਲੰਘਦੇ ਗਏ। ਮਦਨ ਮੋਹਨ ਜੀ ਕਵੀ ਦੇ ਨਾਮ ਨਾਲ ਗਿਣੇ ਜਾਣ ਲੱਗੇ। ਮਦਨ ਮੋਹਨ ਇੱਕ ਸੁੰਦਰ ਜਵਾਨ ਸੀ ਤੇ ਉਹ ਹਰ ਰੋਜ਼ ਸਰੋਵਰ ਕਿਨਾਰੇ ਜਾ ਕੇ ਬੈਠਦੇ ਸਨ ਤੇ ਗੀਤ ਲਿਖਦੇ ਸਨ। ਇੱਕ ਦਿਨ ਐਸਾ ਕੌਤਕ ਹੋਇਆ ਜਿਸ ਨੇ ਉਹਨਾਂ ਦੇ ਮਨ ਨੂੰ ਮੋਹ ਲਿਆ। ਉਹ ਕੌਤਕ ਇਹ ਸੀ ਕਿ ਸਰੋਵਰ ਦੇ ਕਿਨਾਰੇ एक सुंदर नार भर जवान गुलाब दियां पत्तियां वर्गा उसका तन सी। पतली धोती बन के वह सरोवर ते कपड़े धो रही सी। उस वेले मदन मोहन जी का ध्यान चलिया गया। जैसा कि अखां दा करम है सुंदर वस्तुआं नूं देखना। सुंदरता हर एक नूं खिंचदी है। उस त्रिया दी सुंदरता ने मदन मोहन जी नूं ऐसा खिंचिया कि वह कविता लिखणों रुक गए ते मन बिरती इकागर करके ਉਹਦੇ ਵੱਲ ਤੱਕਣ ਲੱਗੇ। ਉਹਨਾਂ ਨੂੰ ਇਉਂ ਜਾਪਦਾ ਸੀ ਜਿਵੇਂ ਜਮਨਾ ਕਿਨਾਰੇ ਰਾਧਿਕਾ ਇਸ਼ਨਾਨ ਕਰਕੇ ਕਿਨਾਰੇ ਬੈਠੀ ਹੋਈ ਬਸਤਰ ਸਾਫ਼ ਕਰਨ ਦੇ ਬਹਾਨੇ ਮੋਹਨ ਮੁਰਲੀ ਵਾਲੇ ਨੂੰ ਉਡੀਕ ਰਹੀ ਸੀ। ਉਹ ਦੇਖਦੇ ਗਏ। ਉਸ ਭਾਗਸ਼ਾਲੀ ਰੂਪਵਤੀ ਨੇ ਵੀ ਮਦਨ ਮੋਹਨ ਵੱਲ ਤੱਕਿਆ, ਕੁਝ ਇਲਾਜ ਕੀਤੀ, ਪਰ ਉੱਠੀ ਤੇ ਨੇੜੇ ਹੋ ਕੇ ਆਖਣ ਲੱਗੀ, आप मदन मोहन हो? मदन मोहन जी ने कहा, हाँ मैं मदन मोहन कवि हाँ, गीत लिखदा हाँ, गीत गाउंदा भी हाँ। इत्थे गीत लिखण आया सां तां तुहाडे वल वेख्या। उस सुंदर इस्त्री ने पुछया, क्यों? मदन मोहन जी ने कहा, क्योंकि तुसां दा रूप सोहना लगा। उस सुंदर इस्त्री ने कहा, कि मैं बहुत सोहनी हाँ? मदन मोहन जी ने कहा, सोहनी, बहुत सोहनी राधा प्रतीत हो रही हैं। जमुना किनारे मानसरोवर किनारे अप्सरा जो जीवन बख्शे, मेरी अखां वाल देख सकोगे? उस सुंदर स्त्री ने कहा, हाँ देख रही हाँ। मदन मोहन जी ने कहा, की दिसदा है? उस सुंदर स्त्री ने कहा, मैनू अपना चेहरा तुसां दा नैणा विच दिस रहा है। मदन मोहन जी ने आख्या, कल भी आएंगी?
ਉਸ ਇਸਤਰੀ ਨੇ ਕਿਹਾ, ਆ ਜਾਵਾਂਗੀ, ਜ਼ਰੂਰ ਆਵਾਂਗੀ। ਇਉਂ ਆਖ ਕੇ ਉਹ ਪਿੱਛੇ ਮੁੜੀ ਤੇ ਸਰੋਵਰ ਵਿੱਚ ਇਸ਼ਨਾਨ ਕਰਕੇ ਘਰ ਨੂੰ ਚਲੀ ਗਈ। ਅਗਲੇ ਦਿਨ ਉਹ ਆਈ। ਮਦਨ ਮੋਹਨ ਜੀ ਨੇ ਉਸ ਦੀ ਸੁੰਦਰਤਾ ਉੱਤੇ ਕਵਿਤਾ ਲਿਖੀ, ਗਾਈ ਵੀ ਤੇ ਸੁਣਾਈ ਵੀ। ਉਹ ਵੀ ਪਿਆਰ ਕਰਨ ਲੱਗ ਪਈ। ਪਿਆਰ ਦਾ ਸਿਲਸਿਲਾ ਇੰਨਾ ਵੱਧ ਗਿਆ ਕਿ ਬਦਨਾਮੀ ਦਾ ਕਾਰਨ ਬਣ ਗਿਆ। ਮਦਨ ਮੋਹਨ ਜੀ ਦਾ ਬਾਪ ਨਾਰਾਜ਼ ਹੋ ਗਿਆ ਤਾਂ ਉਹ ਘਰੋਂ ਨਿਕਲ ਤੁਰੇ ਤੇ ਬਾਹਰ ਮੰਦਰ ਵਿੱਚ ਆਏ। ਫਿਰ ਵੀ ਮਨ ਨਾ ਭਤੀਜਿਆ, ਉਹ ਚਲਦੇ ਚਲਦੇ ਮਥੁਰਾ ਆ ਗਏ। ਬਿੰਦਰਾਬਨ ਇਸ ਤਰ੍ਹਾਂ ਫਿਰਦੇ ਰਹੇ। ਮਨ ਵਿੱਚ ਬੇਚੈਨੀ ਰਹੀ। ਉਹ ਨਾਰੀ ਸੁੰਦਰਤਾ ਨੂੰ ਨਾ ਭੁੱਲ ਸਕੇ। ਇੱਕ ਦਿਨ ਉਹ ਮੰਦਰ ਵਿੱਚ ਗਏ। ਮੰਦਰ ਦੇ ਵਿੱਚ ਇੱਕ ਸੁੰਦਰ ਇਸਤਰੀ ਜੋ ਵਿਆਹੀ ਹੋਈ ਸੀ, ਉਸਦੇ ਚਿਹਰੇ ਦੀ ਪਦਮਨੀ ਸੂਰਤ ਦੇਖ ਕੇ ਮਦਨ ਮੋਹਨ ਜੀ ਦਾ ਮਨ ਮੋਹਿਆ ਗਿਆ। ਉਹ ਮੰਦਰ ਵਿੱਚੋਂ ਨਿਕਲ ਕੇ ਘਰ ਨੂੰ ਗਈ ਤਾਂ ਉਸਦੇ ਪਿੱਛੇ ਪਿੱਛੇ ਤੁਰ ਗਏ। ਉਹ ਤੁਰਦੇ ਤੁਰਦੇ ਉਸਦੇ ਘਰ ਅੱਗੇ ਜਾ ਖਲੋਤੇ। ਜਦੋਂ ਉਹ ਅੰਦਰ ਜਾ ਵੜੀ ਤਾਂ ਮਦਨ ਮੋਹਨ ਜੀ ਨੇ ਬੂਹਾ ਖੜਕਾਇਆ ਤੇ ਉਸਦਾ ਪਤੀ ਬਾਹਰ ਆ ਗਿਆ। ਉਸਨੇ ਮਦਨ ਮੋਹਨ ਜੀ ਨੂੰ ਦੇਖਿਆ, ਸੰਤਾਂ ਵਾਲੀ ਸੂਰਤ ਤੇ ਬੋਲਿਆ, ਦੱਸੋ ਮਹਾਤਮਾ ਜੀ। ਮਦਨ ਮੋਹਨ ਜੀ ਨੇ ਆਖਿਆ, ਹੁਣੇ ਜੋ ਆਈ ਹੈ ਉਹ ਤੁਸਾਂ ਦੀ ਵੀ ਕੁਝ ਲੱਗਦੀ ਹੋਵੇਗੀ। ਉਸਦਾ ਘਰ ਵਾਲਾ ਬੋਲਿਆ, ਹਾਂ ਮਹਾਤਮਾ ਜੀ, ਹੁਕਮ ਕਰੋ, ਕੀ ਮਾਮਲਾ ਹੋਇਆ। ਮਦਨ ਮੋਹਨ ਜੀ ਨੇ ਕਿਹਾ, ਹੋਇਆ ਕੁਝ ਨਹੀਂ, ਗੱਲ ਇਹ ਹੈ ਕਿ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ। ਉਸਦਾ ਘਰ ਵਾਲਾ ਬੋਲਿਆ, ਆਓ, ਅੰਦਰ ਆਓ ਤੇ ਬੈਠੋ, ਸੇਵਾ ਦੱਸੋ, ਜੋ ਆਖੋ ਕੀਤਾ ਜਾਏਗਾ। ਸਭ ਆਪ ਮਹਾਤਮਾ ਪੁਰਸ਼ਾਂ ਦੀ ਤਾਂ ਮਾਇਆ ਹੈ। ਮਦਨ ਮੋਹਨ ਜੀ ਉਸਦੇ ਘਰ ਚਲੇ ਗਏ। ਅੰਦਰ ਜਾ ਬੈਠੇ ਤਾਂ ਉਸਦੀ ਪਤਨੀ ਨੂੰ ਸੱਦਿਆ। ਉਹ ਆਈ, ਆ ਕੇ ਬੈਠ ਗਈ ਤਾਂ ਮਦਨ ਮੋਹਨ ਜੀ ਨੇ ਆਖਿਆ, ਹੇ ਭਗਤ ਜਨੋ, 2 ਸਲਾਈਆਂ ਤੱਤੀਆਂ ਕਰਕੇ ਲਿਆਓ, ਭਗਵਾਨ ਤੁਸਾਂ ਦਾ ਭਲਾ ਕਰੇਗਾ। ਉਹ ਜੋੜੀ ਸਮਝ ਨਾ ਸਕੀ ਕਿ ਮਾਮਲਾ ਕੀ ਹੈ। ਇਸਤਰੀ ਸਲਾਈਆਂ ਗਰਮ ਕਰਕੇ ਲਿਆਈ। ਮਦਨ ਮੋਹਨ ਜੀ ਨੇ ਸਲਾਈਆਂ ਫੜ ਲਈਆਂ ਤੇ ਮਨ ਨੂੰ ਆਖੀ ਗਿਆ, ਦੇਖ ਲੈ, ਰੱਜ ਕੇ ਦੇਖ ਲੈ, ਮੁੜ ਨਹੀਂ ਦੇਖਣਾ। ਇਹ ਆ ਕੇ ਸਲਾਈਆਂ ਅੱਖਾਂ ਵਿੱਚ ਚੁੱਭ ਲਈਆਂ ਤੇ ਸੂਰਦਾਸ ਬਣ ਗਏ। ਉਹ ਇਸਤਰੀ ਪੁਰਸ਼ ਹੈਰਾਨ ਅਤੇ ਦੁਖੀ ਹੋਏ। ਉਹਨਾਂ ਨੇ ਮਹੀਨਾ ਘਰ ਰੱਖ ਕੇ ਸੇਵਾ ਕੀਤੀ, ਅੱਖਾਂ ਦੇ ਜ਼ਖਮ ਰਾਜ਼ੀ ਕੀਤੇ ਤੇ ਮੁੜ ਸੂਰਦਾਸ ਬਣ ਕੇ ਮਦਨ ਮੋਹਨ ਜੀ ਉੱਥੋਂ ਚੱਲ ਪਏ। ਸੂਰਦਾਸ ਜੀ ਗੀਤ ਗਾਉਣ ਲੱਗੇ। ਉਹ ਇੰਨਾ ਮਸ਼ਹੂਰ ਹੋ ਗਏ ਕਿ ਦਿੱਲੀ ਦੇ ਬਾਦਸ਼ਾਹ ਕੋਲ ਵੀ ਉਹਨਾਂ ਦੀ ਸ਼ੋਭਾ ਜਾ ਪੁੱਜੀ। ਅਹਿਲਕਾਰਾਂ ਰਾਹੀਂ ਬਾਦਸ਼ਾਹ ਦੇ ਦਰਬਾਰ ਵਿੱਚ ਸੱਦ ਲਿਆ। ਉਹਨਾਂ ਦੇ ਗੀਤ ਸੁਣ ਕੇ ਉਹ ਇੰਨਾ ਖੁਸ਼ ਹੋਇਆ ਕਿ ਸੂਰਦਾਸ ਜੀ ਨੂੰ ਇੱਕ ਕਸਬੇ ਦਾ ਹਾਕਮ ਬਣਾ ਦਿੱਤਾ। ਪਰ ਈਰਖਾ ਕਰਨ ਵਾਲਿਆਂ ਨੇ ਬਾਦਸ਼ਾਹ ਕੋਲ ਚੁਗਲੀਆਂ ਕਰਕੇ ਮੁੜ ਸੱਦ ਲਿਆ ਤੇ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ। ਜੇਲ੍ਹ ਵਿੱਚ ਸੂਰਦਾਸ ਜੀ ਰਹਿੰਦੇ ਸਨ। ਉਹਨਾਂ ਨੇ ਜਦੋਂ ਜੇਲ੍ਹ ਦੇ ਦਰੋਗੇ ਨੂੰ ਪੁੱਛਿਆ ਕਿ ਉਸ ਦਾ ਨਾਮ ਕੀ ਹੈ ਤਾਂ ਦੱਸਿਆ ਗਿਆ, ਤਿਮਰ। ਇਹ ਸੁਣ ਕੇ ਸੂਰਦਾਸ ਜੀ ਬਹੁਤ ਹੈਰਾਨ ਹੋਏ। ਕਵੀ ਸੀ, ਖਿਆਲਾਂ ਦੀ ਉਡਾਰੀ ਵਿੱਚ ਸੋਚਿਆ, ਤਿਮਰ ਮੇਰੀਆਂ ਅੱਖਾਂ ਨਹੀਂ, ਮੇਰਾ ਜੀਵਨ ਤਿਮਰ ਹਨੇਰ ਵਿੱਚ, ਬੰਦੀਖਾਨਾ ਤਿਮਰ ਹਨੇਰਾ ਤੇ ਰਾਖਾ ਵੀ ਤਿਮਰ ਹਨੇਰ। ਉਸਨੇ ਇੱਕ ਗੀਤ ਦੀ ਰਚਨਾ ਕੀਤੀ ਤੇ ਉਸ ਗੀਤ ਨੂੰ ਘੜੀ ਘੜੀ ਗਾਉਣ ਲੱਗੇ। ਉਹ ਗੀਤ ਬਾਦਸ਼ਾਹ ਨੇ ਸੁਣਿਆ ਤਾਂ ਖੁਸ਼ ਹੋ ਕੇ ਆਜ਼ਾਦ ਕਰ ਦਿੱਤਾ ਤੇ ਸੂਰਦਾਸ ਜੀ ਦਿੱਲੀ ਜੇਲ੍ਹ ਵਿੱਚੋਂ ਨਿਕਲ ਕੇ ਮਥੁਰਾ ਵੱਲ ਚੱਲ ਪਏ। ਰਾਹ ਵਿੱਚ ਖੂਹ ਸੀ, ਉਸ ਵਿੱਚ ਡਿੱਗ ਪਏ ਪਰ ਬਚ ਗਏ ਤੇ ਮਥੁਰਾ ਬਿੰਦਰਾਬਨ ਅੱਪੜ ਗਏ। ਉੱਥੇ ਭਗਵਾਨ ਕ੍ਰਿਸ਼ਨ ਜੀ ਦਾ ਜਸ ਗਾਉਣ ਲੱਗੇ। ਸੂਰਦਾਸ ਭਗਵਾਨ ਕ੍ਰਿਸ਼ਨ ਜੀ ਦੀ ਨਗਰੀ ਵਿੱਚ ਪੁੱਜ ਗਏ। ਅਨੁਭਵੀ ਪ੍ਰਕਾਸ਼ ਨਾਲ ਉਹਨਾਂ ਦੀਆਂ ਅੱਖਾਂ ਅੱਗੇ ਸ਼੍ਰੀ ਕ੍ਰਿਸ਼ਨ ਲੀਲਾ ਆ ਗਈ। ਉਹਨਾਂ ਨੇ ਸਵਾਮੀ ਬੱਲਭਾਚਾਰਜ ਜੀ ਨੂੰ ਗੁਰੂ ਮੰਨਿਆ ਤੇ ਆਖੇ ਲੱਗ ਕੇ ਗਊ ਘਾਟ ਬੈਠ ਕੇ ਸ਼੍ਰੀਮਦ ਭਗਵਦ ਨੂੰ ਭਾਸ਼ਾ ਕਵਿਤਾ ਵਿੱਚ ਉਚਾਰਨਾ ਸ਼ੁਰੂ ਕੀਤਾ। ਇੱਕ ਬੰਦਾ ਲਿਖਣ ਵਾਲਾ ਰੱਖਿਆ। ਉਹ ਬੋਲੀ ਜਾਂਦਾ ਰਿਹਾ ਤੇ ਲਿਖਣ ਵਾਲਾ ਲਿਖੀ ਗਿਆ। ਸੂਰਦਾਸ ਜੀ ਨੇ 75,000 ਚਰਨ ਲਿਖੇ ਸਨ ਕਿ ਆਪ ਜੀ ਦਾ ਦੇਹਾਂਤ ਹੋ ਗਿਆ। ਸੂਰ ਸਾਗਰ ਆਪ ਜੀ ਦੀ ਇੱਕ ਅਟਲ ਯਾਦ ਹੈ। ਭਗਤ ਸੂਰਦਾਸ ਜੀ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਸ਼ਬਦ ਆਉਂਦਾ ਹੈ। ਉਹ ਸ਼ਬਦ ਪਾਵਨ ਅੰਗ 1253 ਉੱਪਰ ਅੰਕਿਤ ਹੈ। ਸਾਰੰਗ ਮਹੱਲਾ ਪੰਜਵਾਂ। ਸੂਰਦਾਸ। ਇੱਕ ਓੰਕਾਰ ਸਤਿਗੁਰ ਪ੍ਰਸਾਦ।
हर के संग बसे हर लोक, तन मन अर्प सरबस सब अर्प्यो, आनंद सहज धुन झोक, दर्शन पेख भये निर्भिखई, पाए हैं सगले थोक, आन बस्त स्यों काज न कछुऐ, सुंदर बदन आलोक, श्याम सुंदर तज आन जो चाहत, ज्यों कुष्टि तन जोक, सूरदास मन प्रभ हथ लीनो, दीनो एहो परलोक। परमात्मा ਦੇ ਭਗਤ परमात्मा ਨਾਲ ਹੀ ਰਹਿੰਦੇ ਹਨ। ਉਹਨਾਂ ਨੇ ਤਾਂ ਸਭ ਕੁਝ ਹਰੀ ਦੇ ਅਰਪਣ ਕਰ ਦਿੱਤਾ ਹੈ। ਉਹ ਸਦਾ ਸਹਿਜ ਪਿਆਰ ਤੇ ਸਦੀਵੀ ਖੁਸ਼ੀ ਨੂੰ ਮਾਣਦੇ ਰਹਿੰਦੇ ਹਨ। ਭਗਵਾਨ ਦੇ ਦਰਸ਼ਨਾਂ ਨੇ ਉਹਨਾਂ ਨੂੰ ਐਸਾ ਸੰਜਮ ਵਾਲਾ ਬਣਾ ਦਿੱਤਾ ਹੈ ਕਿ ਉਹਨਾਂ ਨੇ ਇੰਦਰੀਆਂ 'ਤੇ ਕਾਬੂ ਪਾ ਲਿਆ ਹੈ, ਜਿਸ ਦਾ ਫਲ ਇਹ ਹੋਇਆ ਹੈ ਕਿ ਭਗਵਾਨ ਨੇ ਉਹਨਾਂ ਨੂੰ ਸਾਰੇ ਪਦਾਰਥ ਦਿੱਤੇ ਹਨ। ਜਦੋਂ ਪ੍ਰਭੂ ਦਾ ਖੇੜੇ ਵਾਲਾ ਮੁਖੜਾ ਦੇਖੀਦਾ ਹੈ, ਕਿਸੇ ਦੇ ਦੀਦਾਰ ਦੀ ਲੋੜ ਨਹੀਂ ਰਹਿੰਦੀ। ਪਰਮਾਤਮਾ ਨੂੰ ਛੱਡ ਕੇ ਲੋਕ ਹੋਰ ਪਾਸੇ ਫਿਰਦੇ ਹਨ। ਉਹ ਆਪਣੇ ਤਨ ਮਨ ਨੂੰ ਨਾਸ ਕਰਦੇ ਹਨ। ਸੂਰਦਾਸ ਜੀ ਆਖਦੇ ਹਨ, ਮੈਂ ਤਾਂ ਉਹਦਾ ਹਾਂ ਤੇ ਉਹ ਮੇਰੇ ਹਨ। ਭਗਤ ਪ੍ਰਭੂ ਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।